नहमदुहु व नसल्ली अला रसूलिहिल करीम अम्मा बाद औज़ु बिल्लाहि मिनश शैतानिर रजीम बिस्मिल्लाहिर रहमानिर रहीम। अस्सलामु अलैकुम व रहमतुल्लाहि व बरकातहू। मैं रुबीना अकमल एक इंतहाई अदना जी कनीस ते खात्मा दीन इस्लाम ਤੁਹਾਡੇ ਨਾਲ ਮੁਖਾਤਬ ਹਾਂ। और ਹੁਣ ਅਸੀਂ ਸੂਰਤ ਕਹਫ ਦਾ ਦੂਸਰਾ ਪਾਠ ਪਾਰਾ ਨੰਬਰ 15 ਦਾ ਤਲਾਵਤ ਕੁਰਾਨ ਪਾਕ ਇਹਦਾ ਤਰਜਮਾ ਤੇ ਇਹਦੀ ਤਸ਼ਰੀਹ ਪੜਨ ਦੀ ਸਾਦਤ ਹਾਸਲ ਕਰਾਂਗੇ। ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਤੁਹਾਨੂੰ ਤਰਜਮਾ ਔਰ ਤਫਸੀਰ ਇਸ ਤਰ੍ਹਾਂ ਦੱਸਾਂ ਕਿ ਤੁਹਾਨੂੰ ਸਹੀ ਸਮਝ ਲਗੇ ਕਿ ਕੁਰਾਨ ਆਖਣਾ ਕੀ ਚਾਹੁੰਦਾ ਹੈ, ਕੁਰਾਨ ਦਾ ਅਸਲ ਪੈਗਾਮ ਕੀ ਹੈ। ਜਿਹੜਾ ਮੇਰਾ ਮਕਸਦ ਹੈ ਕਿ ਮੈਂ ਕੁਰਾਨ ਪਾਕ ਨੂੰ ਉਹਨਾਂ तमाम ਲੋਕਾਂ ਲਈ ਇਸ ਤਰ੍ਹਾਂ ਪੜ੍ਹਨਾ ਔਰ ਸਮਝਣਾ ਆਸਾਨ ਕਰ ਦਿਆਂ ਜਿਹੜੇ ਅੱਜ ਤੱਕ ਕਿਸੇ ਵੀ ਵਜ੍ਹਾ ਨਾਲ ਇਹਨੂੰ ਸਮਝ ਨਹੀਂ ਸਕੇ ਜਾਂ ਇਹਨੂੰ ਤਰਜਮੇ ਨਾਲ ਪੜ੍ਹ ਨਹੀਂ ਸਕੇ। ਬਿਸਮਿल्लाहिर रहमानिर रहीम। उलाइका लहुम जन्नतु अदनिन तजरी मिन तहतिहिमुल अनहारु युहल्लौना फीहा मिन असाविरा मिन ज़हबिन व यल्बसूना सियाबन खुज़रम मिन सुंदुसिम व इस्तबरक़िम मुत्तक़ीना फीहा अलल अराइकि निअमस सवाब व हसनत मुर्तफ़क़न वज़रिब लहुम मसल रजुलैनि जअलना लिअहदिहिमा जन्नतैनि मिन अनाबिन व हफ़फ़नाहुमा बिनख़लिन व जअलना बैनहुमा ज़रअ किल्तल जन्नतैनि आतत उकलहा व लम तज़लिम मिन्हु शैअन व फ़ज्जरना खिलालहुमा नहरा व काना लहु समरुन फ़क़ाल लिस्साहिबिही व हुवा युहाविरुहु अना अक्सरु मिन्का मालन व अअज़्ज़ नफ़रा व दखला जन्नतहु व हुवा ज़ालिमुन लिनफ़्सिही काला मा अज़ुन्नु अन तबीदा हाज़िही अबदा। इन्हां लोकां वास्ते अबदी बागात ने जिहदे थल्ले नहरां वगदियां ने ते उत्थे इन्हां नूं सोने दे कंगन पहनाए जावणगे और बारीक और मोटे रेशम दे सब्ज़ कपड़े पहनाए जाणगे। उत्ते तख्तियां दे उत्ते तकिया लाए होए ਉਹ ਬੈਠੇ ਹੋਣਗੇ ਤੇ ਕਿਆ ਹੀ ਚੰਗਾ ਬਦਲਾ ਹੈ ਔਰ ਉਹ ਕਿੰਨੀ ਚੰਗੀ ਆਰਾਮ ਗਾਵੇ। ਤੇ ਐ ਨਬੀ ਇਹਨਾਂ ਲਈ ਇੱਕ ਮਿਸਾਲ ਬਿਆਨ ਕਰੋ। ਦੋ ਆਦਮੀ ਨੇ, ਅਸੀਂ ਇਹਨਾਂ ਵਿੱਚੋਂ ਇੱਕ ਨੂੰ ਅੰਗੂਰਾਂ ਦੇ 2 ਬਾਗ ਦਿੱਤੇ ਨੇ ਤੇ ਇਹਨਾਂ ਦੇ ਗਿਰਦ ਖਜੂਰਾਂ ਦੀ ਬਾੜ ਲਾ ਦਿੱਤੀ ਹੈ ਤੇ ਇਹਨਾਂ ਦੋਨਾਂ ਦੇ ਦਰਮਿਆਨ ਖੇਤੀ ਵੀ ਉਗਾਈ ਗਈ। ਦੋਨੋਂ ਬਾਗਾਂ ਨੇ ਆਪਣਾ ਫਲ ਬੜਾ ਹੀ ਦਿੱਤਾ ਤੇ ਇਹਦੇ ਵਿੱਚੋਂ ਕੁਝ ਵੀ ਕੰਮ ਨਾ ਕੀਤਾ ਤੇ ਇਹਦੇ ਦਰਮਿਆਨ ਅਸੀਂ ਇੱਕ ਨਹਿਰ ਵੀ ਬਹਾਈ ਤੇ ਇਹਦੇ ਲਈ ਫਲ ਸੀ। ਤੇ ਉਹ ਆਪਣੇ ਸਾਥੀ ਨਾਲ ਆਖਣ ਲੱਗਾ ਜਦਕਿ ਇਹਦੇ ਨਾਲੋਂ ਬਹਿਸ ਕਰ ਰਿਹਾ ਸੀ, ਮੈਂ ਤੇਰੇ ਤੋਂ ਮਾਲ ਤੋਂ ਬਹੁਤਾ ਵਾਂ ਔਰ ਜੱਥੇ ਦੇ ਵਿੱਚ ਵੀ ਮੈਂ ਤੇਰੇ ਤੋਂ ਜ਼ਿਆਦਾ ਮੁਅੱਜ਼ਜ਼ ਹਾਂ। ਔਰ ਉਹ ਆਪਣੇ ਬਾਗ ਦੇ ਵਿੱਚ ਦਾਖਲ ਹੋਇਆ ਜਦਕਿ ਉਹ ਆਪਣੀ ਜਾਨ ਦੇ ਲਈ ਜ਼ਾਲਮ ਸੀ। ਔਰ ਇਹਨੇ ਆਖਿਆ, ਮੈਂ ਗੁਮਾਨ ਤੇ ਨਹੀਂ ਕਰਦਾ, ਕਦੀ ਸੋਚਦਾ ਵੀ ਨਹੀਂ ਕਿ ਇਹ ਬਾਗ ਕਦੀ ਵੀ ਤਬਾਹ ਹੋ ਜਾਏਗਾ। ਮੁਅੱਜ਼ਜ਼ ਸਾਮਈਨ, ਇਹਦੇ ਵਿੱਚ ਰੱਬ ਸੋਹਣੇ ਨੇ ਉਹਨਾਂ ਲੋਕਾਂ ਲਈ ਪਿਛਲੀ ਆਇਤ ਜਿਹੜੀ ਅਸੀਂ ਪੜ੍ਹੀ ਸੀ ਕਿ ਪਹਿਲੇ ਪਾਠ ਦੇ ਵਿੱਚ ਕਿ ਬੇਸ਼ੱਕ ਜਿਹੜੇ ਇਮਾਨ ਲਿਆਏ ਨੇ ਉਹਨਾਂ ਨੇ ਨੇਕ ਅਮਲ ਕੀਤੇ ਨੇ ਤੇ ਯਕੀਨਨ ਅਸੀਂ ਉਹਨਾਂ ਦਾ ਅਜਰ ਜ਼ਾਇਆ ਨਹੀਂ ਕਰਦੇ ਜਿਹਨੇ ਚੰਗਾ ਅਮਲ ਕੀਤਾ। ਅਗਲੀ ਆਇਤ ਨੰਬਰ 31 ਦੇ ਵਿੱਚ ਉਹੀ ਵਾਜ਼ਿਆ ਹੋ ਕੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਲਈ ਅਬਦੀ ਬਾਗਾਤ ਨੇ ਤੇ ਸੋਨੇ ਦੇ ਕੰਗਨ ਨੇ ਤੇ ਸਬਜ਼ ਕੱਪੜੇ ਨੇ ਜਿਹੜੇ ਮੋਟੇ ਤੇ ਬਾਰੀਕ ਰੇਸ਼ਮ ਦੇ ਨੇ ਤੇ ਇਹ ਜਿਹੜੇ ਤਖਤ ਹੋਣਗੇ ਬਹੁਤ ਹੀ ਹਸੀਨ ਜਮੀਲ ਤਖਤ, ਜਿਹੜੀ ਇਨਸਾਨੀ ਅਕਲ ਦੇ ਵਿੱਚ ਉਹ ਤਖਤਾਂ ਦਾ ਹੁਸਨ ਨਹੀਂ ਆ ਸਕਦਾ ਜਿੱਥੇ ਜਿਹੜੇ ਰੱਬ ਸੋਹਣੇ ਨੇ ਉਹਨਾਂ ਨੇਕ ਲੋਕਾਂ ਲਈ ਤਖਤ ਬਣਾਏ ਨੇ। ਉਹਨਾਂ ਉੱਤੇ ਬੜੇ ਹੀ ਆਰਾਮ ਦੇ ਨਾਲ ਜਿਹਨੇ ਤਕੀਏ ਲਾਉਣ ਤੋਂ ਮਕਸਦ ਇਹ ਵੇ ਕਿ ਆਰਾਮ ਦੇ ਨਾਲ ਸਕੂਨ ਦੇ ਨਾਲ ਕੋਈ ਫਿਕਰ ਫਾਕਾ ਨਹੀਂ ਔਰ ਬੜੇ ਸਕੂਨ ਦੇ ਨਾਲ ਬੈਠੇ ਹੋਣਗੇ ਤੇ ਬਹੁਤ ਹੀ ਚੰਗਾ ਬਦਲਾ ਹੈ ਕਿ ਉਹਨਾਂ ਨੂੰ ਸਕੂਨ ਵੀ ਹੈ, ਦੌਲਤ ਵੀ ਹੈ, ਇੱਜ਼ਤ ਵੀ ਹੈ ਤੇ ਉਹ ਬਹੁਤ ਆਲਾ ਆਰਾਮ ਗਾ ਵੀ ਉਹਨਾਂ ਵਾਸਤੇ ਵੀ। ਤੇ ਫਿਰ ਰੱਬ ਸੋਹਣੇ ਨੇ ਅੱਗੇ ਮਿਸਾਲ ਬਿਆਨ ਕੀਤੀ ਹੈ ਕਿ ਇੱਕ ਮਿਸਾਲ ਲਵੋ ਕਿ ਇੱਕ ਮੈਂ ਕਿਸੇ ਬੰਦੇ ਨੂੰ 2 ਬਾਗ ਦਿੱਤੇ ਨੇ। ਇੱਕ ਤੇ ਬਹੁਤ ਹੀ ਭਰਿਆ ਹੋਇਆ ਹੈ, ਖਜੂਰਾਂ ਦੀ ਬਾੜ ਵੀ ਯਾਨੀ ਲਾ ਦਿੱਤੀ ਹੈ ਉਹਦੇ ਆਲੇ ਦੁਆਲੇ ਤੇ ਅੰਗੂਰ ਵੀ ਬੇਹਿਸਾਬ ਨੇ, 2 ਬਾਗ ਅੰਗੂਰਾਂ ਦੇ ਵੀ ਲਾਤੇ ਨੇ, ਖੇਤੀ ਵੀ ਉਗਾਤੀ ਹੈ ਤੇ ਫਿਰ ਉਹਨਾਂ 'ਚ ਨਹਿਰਾਂ ਵੀ ਉਗਾ। ਤੇ ਦੂਜਾ ਬੰਦਾ ਹੈ ਤੇ ਉਹਨੂੰ ਬੜਾ ਮਗਰੂਰ ਹੋ ਕੇ ਕਹਿ ਰਿਹਾ ਹੈ ਕਿ ਮੇਰੇ ਕੋਲ ਬੜਾ ਮਾਲ ਹੈ ਤੇ ਇਸ ਲਈ ਕਿ ਮੇਰੇ ਬਾਗ ਬਹੁਤ ਆਲਾ ਨੇ ਤੇ ਮੈਂ ਨਹੀਂ ਕਦੀ ਸਮਝਦਾ ਕਿ ਇਹ ਕਦੀ ਵੀ ਜਿਹੜੇ ਉਹ ਤਬਾਹ ਹੋਣਗੇ। ਤੇ ਫਿਰ ਅੱਗੇ ਅਗਲੀ ਆਇਤ ਦੇ ਵਿੱਚ ਉਹ ਆਖਦਾ ਹੈ ਵਾ ਮਾ ਅਜ਼ੁਨ ਸਆਤਾ कायमातम वाला इरुदितो इला रब्बी लाजिदन्ना खैरम मिनहा मुनक़लबा काला लहु साहिबुहु व हुवा युहाविरुहु अकफरता बिल्लज़ी खलका मिन तुराबिन सुम्मा मिन नुतफतिन सुम्मा सवाका रजुला लाकिन्ना हुवल्लाहु रब्बी वला उशरिकु बिरब्बी अहदा वलौला इस्तखलता जन्नतका कुलता माशा अल्लाहु ला कुव्वता इल्ला बिल्लाहि इन तारानी अना अक़ल्ला मिनका मालम वाला दा व असा रब्बी
अय्युतिहने खैरम मिन जन्नतिका व युरसिला अलैहा हुस्बानम मिनस समाए फतुस्बिहा सईदन ज़लका। और मैं गुमान नहीं करता कि क्यामत कायम होने वाली है, और अगर बिल फर्ज वाकई मैनू अपने रब की तरफ लुटाया भी गया तो यकीनन मैं उत्थे भी इन्हां बागां तो बहुतर बेहतर जिहड़े बाग होणगे इस तो बहुतर लौटन की जगह पावांगा। इहदे मोमन साथी ने इनू आख्या जबकि इनू जवाब दे रहा सी कि तू इस जात दे नाल कुफर करना है जिन्हें तेनू मट्टी नाल पैदा किया है, फिर नुतफे नाल, फिर तेनू ठीक पूरा मर्द बना दिता। लेकिन मैं ते अकीदा रखना वा कि अल्लाह ही मेरा रब है और मैं अपने रब दे नाल किसी नू शरीक नहीं करता। और जदों तू अपने बाग दे विच दाखिल होया ते क्यों ना आख्या माशाअल्लाह ला कुव्वत, माशाअल्लाह ला कुव्वता इल्ला बिल्लाह, जो अल्लाह ने चाया कोई कुव्वत नहीं मगर अल्लाह दी मदद दे नाल। माशाअल्लाह ला कुव्वता इल्ला बिल्लाह, यानी सानू कोई ताकत नहीं, अल्लाह नू ही सारियां ताकतां ने। अगर तू मैनू माल ते औलाद दे विचों कमतर वेखना है ते उम्मीद है कि मेरा रब मैनू तेरे बाग तो बेहतर बाग देवे और इस तेरे बाग उते आसमान तो कोई अजाब भेजे ते ओ बाग चट्टीअल फिसलदा होया मैदान बन जावे। ए दो आदमियां दा जिक्र है, जेड़ा एक काफर है ते एक मोमन है। काफर के आखदा है कि ए सब कुछ मेरी ताकत, मेरी मेहनत और सब कुछ ये मेरा है और मैं किसी रब नू नहीं मनता, ये सब कुछ मेरा ही माल है। और अगर फर्ज कर ऐसा भी होए कि मेरा कोई रब भी होए तो मैं जो अपने रब को जावांगा तो इस तो भी बेहतर बाग मैनू मिलेगा। ते एक गुमान सी जेड़ा ओने हवा दे विच बनाया होया सी और अपने दिमाग दे विच कि एक तकब्बर दी निशानी सी या एक सरकशी सी कि सब कुछ इंसान अपने मेहनत दे नाल ही हासिल करदा है, इहदे च किसी खुदा दा कोई हथ बस नहीं हुंदा। ते दूजा साथी मोमन सी, उन्हें आख्या कि अल्लाह ताला दे नाल तू कुफर क्यों करना है जिन्हें तेनू मिट्टी तो पैदा किया है, फिर नुतफे तो, फिर तेनू ठीक पूरा मर्द बनाया है। यानी अल्लाह ताला दी इत्थे तारीफ है कि इंसान जेड़ा कदी है ही नहीं सी, एक मामूली जे पानी के कतरे दे नाल जेड़ा अगर तुहाडे कपड़े ते लग जाए तो तुसी नमाज नहीं पढ़ सकदे जब तक उन्नू धो ना लो ते कलमा ना पढ़ लो। ते कलमे नाल ही इंसान जेड़ा है वो पाक हुंदा है। जेड़ा लोग कलमा नहीं पढ़ते वो ना पाक ने। ते इंसान दी जेड़ी शान है वो कलमे दे विच ही है। ते उन्हें उन्होंने समझाया कि तू उहदे नाल क्यों इस तरह कुफर करना है जिन्हें तेनू एक मिट्टी चों एक बेहिस्सो हरकत चीज़ चो पैदा किया, फिर तेनू नुतफा बनाया, कुछ तेरी बोटी ते शक्ल ते तेनू हड्डियां बनाया, फिर तेनू पूरा उन्हें मर्द बनाता। वो कोई जात है ना, वो कोई जात है, अपने आप ते तू नहीं बन गया। इस तरह ही है जेड़ा सब कुछ अल्लाह ताला नेमतां दिंदा है, ये ओदी जात ही दिंदी है, जिन्नू चाहता है वो दिंदा है। ते तू उहदे नाल किसी नू शरीक ना कर। ते हो सकता है कि तू जावें तो उत्थे कुछ भी ना होवे, क्योंकि तेनू चाहिदा है कि जदों तू अपने बाग च जावें ते तू ए आखे कि माशाअल्लाह ला कुव्वता इल्ला बिल्लाह, कि अल्लाह ने चाया कोई कुव्वत नहीं मगर अल्लाह दी मदद दे नाल। ते ए तू क्यों नहीं किया? ते अगर तू मैनू माल ते औलाद तो अपने तो कमतर समझना है ते उस रब सोने दा ते तू शुक्र अदा कर जिन्हें तेनू हर चीज़ तो ज्यादा माल ते औलाद दिती है। तू ए क्यों नहीं उदा शुक्र अदा करदा? आओ युस्बिहा मा उहा गौरन फलन तस्ततिया लहू तलबा वहीता बेसामरही फअस्बहा युक़ल्लिबु कफ़वैहि अला मा अनफ़क़ा फ़ीहा वहिया ख़ावियतुन अला अरूशिहा वयक़ूलु या लैतनी लम उशरिक बिरब्बी अहदन वलम तकुल लहू फ़ियतुन यंसुरूनहु मिन दूनिल्लाहि वमा काना मुंतसिरा हुनालिकल वलायतु लिल्लाहिल हक़ हुवा खैरुन सवाबन व खैरुन उक़बा वज़रिब लहुम मसलल हयातिद दुनिया कमा इन अंज़लनाहु मिनस समाए फ़ख्तलता बिही नबातुल अर्ज़ि फ़अस्बहा हशीमन तज़रुहुर रियाह व कान अल्लाहु अला कुल्लि शैइन मुक़तदिरा। या इदा पानी गहरा हो जावे फिर तू हरगिज़ इनू तलाश करन दी इस्तात नहीं रखेगा। इदा फल घेर लिया जाए यानी तबाह कर दिता जाए, फिर वो इंज हो गया कि इदा माल उत्ते अपनी हथेली ही मलदा रह गया जो इन्हें इहदे उत्ते खर्च कीता सी, जबकि वो माल अपनियां ही छतरियां दे उत्ते गिरिया होया सी और वो आखदा सी काश मैं अपने रब दे नाल किसी नू शरीक ना करता। और इहदे लिए कोई ऐसा गिरोह नहीं सी जो अल्लाह दे सिवाय दी मदद करते और ना वो खुद साडे कोलों बदला लैण वाला सी। और उथों ते सारे इख्तियार अल्लाह सच्चे दे वास्ते ने, वो सवाब देन ते भी बेहतर ते अंजाम दे लिहाज नाल भी ज्यादा चंगा है। और इन्हां दी दुनियावी जिंदगी दी मिसाल बयान करो जिस तरह पानी, मीना, बारिश जिन्हों असी आसमान तो नाज़िल करने आ, फिर इहदे नाल ज़मीन तो नबातात खूब उगाने आ, फिर वो चूरा चूरा हो जाती है और जिन्हों हवावां लै उड़दियां ने। और अल्लाह हर शै उत्ते बहुत ही कुदरत रखन वाला है। इहदे विच
ਜਦੋਂ ਉਹਨੂੰ ਸਮਝਾਇਆ ਤੇ ਉਹਨੇ ਦੇਖਿਆ, ਜਦੋਂ ਬਾਗ ਦੇ ਵਿੱਚ ਦਾਖਲ ਹੋਇਆ ਤੇ ਉੱਥੇ ਕੁਝ ਵੀ ਨਹੀਂ ਸੀ। ਉਹ ਵਾਕਈ ਫਿਰ ਉਹ ਬੜਾ ਹੀ ਸ਼ਰਮਿੰਦਾ ਹੋਇਆ ਤੇ ਉਹਨੇ ਸੋਚਿਆ ਕਿ ਵਾਕਈ ਕੋਈ ਰੱਬ ਹੈ, ਕਾਸ਼ ਮੈਂ ਆਪਣੇ ਰੱਬ ਦੇ ਨਾਲ ਸ਼ਰੀਕ ਨਾ ਕਰਦਾ ਔਰ ਆਪਣੇ ਆਪ ਨੂੰ ਹੀ ਸਭ ਕੁਝ ਨਾ ਸਮਝਦਾ ਔਰ ਕਿਸੇ ਗਲਤ ਗੁਮਾਨ ਦੇ ਵਿੱਚ ਨਾ ਰਹਿੰਦਾ। ਤੇ ਇਸ ਹਾਲਤ ਦੇ ਵਿੱਚ ਜਦੋਂ ਰੱਬ ਸੋਹਣੇ ਨੇ ਆਖਿਆ ਕਿ ਨਾ ਉਹ ਸਾਡੇ ਕੋਲੋਂ ਕੋਈ ਬਦਲਾ ਲੈ ਸਕਦਾ ਹੈ ਕਿ ਅਸੀਂ ਉਹਦਾ ਬਾਗ ਤਬਾਹ ਕਿਉਂ ਕੀਤਾ, ਤੇ ਨਾ ਉਹ ਇਹਨੂੰ ਦੁਬਾਰਾ ਵਾਪਸ ਲਿਆਉਣ ਤੇ ਕਾਦਰ ਹੈ। ਤੇ ਅੱਲਾਹ ਤਾਲਾ ਆਖਦਾ ਹੈ ਕਿ ਸਭ ਨਿਮਤਾਂ ਤੇ ਮੈਂ ਹੀ ਦੇਣਾ ਵਾ। ਫਿਰ ਇਨਸਾਨ ਨਾ ਸ਼ੁਕਰਾਨਾ ਸਮਝਦਾ ਹੈ ਕਿ ਸਭ ਕੁਝ ਇਹ ਮੇਰੀ ਮਿਹਨਤ ਦੀ ਵਜ੍ਹਾ ਦੇ ਨਾਲ ਹੋਇਆ। ਅਗਰ ਮੈਂ ਮਿਹਨਤ ਨਾ ਕਰਦਾ ਤੇ ਸਭ ਕੁਝ ਇਹ ਮੈਨੂੰ ਨਾ ਮਿਲਦਾ। ਜਾਂ ਉਹ ਇਹ ਸਮਝਦਾ ਹੈ ਕਿ ਮੈਂ ਏਡਾ ਕਾਬਲ ਹਾਂ ਜਾਂ ਇੰਨਾ ਜ਼ਬਰਦਸਤ ਹਾਂ ਕਿ ਸਾਰੀਆਂ ਚੀਜ਼ਾਂ ਤੇ ਮੈਨੂੰ ਮਿਲਣੀਆਂ ਹੀ ਸਨ, ਇਹ ਕਿਸੇ ਦਾ ਕੋਈ ਮੇਰੇ ਤੇ ਅਹਿਸਾਨ ਨਹੀਂ। ਤੇ ਫਿਰ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਦੁਨਿਆਵੀ ਜ਼ਿੰਦਗੀ ਦੀ ਮਿਸਾਲ ਦਿੱਤੀ ਹੈ ਕਿ ਅਸੀਂ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਕਿਸਾਨ ਖੇਤੀ ਉਗਾਏ, ਫਿਰ ਉਤੋਂ ਮੈਂ ਬਾਰਿਸ਼ ਵਰਸਾਵਾਂ ਤੇ ਬਹੁਤ ਸੋਹਣੀ ਹੋ ਜਾਏ, ਆਪਣੀ ਪੂਰੀ ਜਵਾਨੀ ਦੇ ਹੋਏ ਔਰ ਖੂਬ ਨਬਾਤਾਤ ਉਹਦੇ ਤੇ ਆ ਜਾਣ, ਤੇ ਫਿਰ ਅਚਾਨਕ ਇੱਕ ਹਵਾ ਚੱਲੇ ਤੇ ਸਭ ਕੁਝ ਤਬਾਹ ਬਰਬਾਦ ਹੋ ਜਾਏ। ਇਹੋ ਮਿਸਾਲ ਇਸ ਦੁਨੀਆ ਦੀ ਹੈ ਕਿ ਜਦੋਂ ਇਹ ਇਨਸਾਨ ਪੂਰਾ ਇਹਦੇ ਉੱਤੇ ਜੋਬਨ ਤੇ ਹੁੰਦਾ ਹੈ ਤੇ ਫਿਰ ਅਚਾਨਕ ਉਹਨੂੰ ਮੌਤ ਆ ਜਾਂਦੀ ਹੈ, ਸਭ ਕੁਝ ਖਤਮ ਹੋ ਜਾਂਦਾ ਹੈ। ਕੋਈ ਬਿਮਾਰੀ ਉਹਦੇ ਕੋਲ ਸਾਰਾ ਕੁਝ ਲੈ ਜਾਂਦੀ ਹੈ, ਕੋਈ ਦੁਸ਼ਮਣੀ ਉਹਦੇ ਕੋਲ ਸਾਰਾ ਕੁਝ ਲੈ ਜਾਂਦੀ ਹੈ। ਫਿਰ ਉਹ ਹੱਥ ਮਲਦਾ ਰਹਿ ਜਾਂਦਾ ਹੈ ਕਿ ਕਾਸ਼ ਮੈਂ ਆਪਣੇ ਸੋਹਣੇ ਵਕਤ ਉੱਤੇ ਰੱਬ ਸੋਹਣੇ ਕੋਲੋਂ ਇਲਤਜਾਵਾਂ ਕਰਦਾ ਤੇ ਆਪਣੇ ਇਸ ਭੈੜੇ ਵਕਤ ਉੱਤੇ ਉਹਦੇ ਕੋਲੋਂ ਮਦਦ ਮੰਗਦਾ, ਲੇਕਿਨ ਮੈਂ ਤਾਂ ਉਹਨੂੰ ਕਦੇ ਜ਼ਿੰਦਗੀ 'ਚ ਯਾਦ ਹੀ ਨਹੀਂ ਕੀਤਾ। ਮੈਂ ਤਾਂ ਇਹੀ ਸੋਚਦਾ ਰਿਹਾ ਕਿ ਮੈਂ ਆਪਣੀ ਹਿੰਮਤ ਦੇ ਨਾਲ ਹੀ ਇਹ ਸਾਰਾ ਕੁਝ ਕੀਤਾ ਹੈ ਤੇ ਇਹ ਮੈਂ ਇਸ ਕਾਬਲ ਸੀ ਕਿ ਮੈਨੂੰ ਇਹ ਸਾਰਾ ਕੁਝ ਮਿਲਦਾ। ਤੇ ਇਹ ਜਿਹੜੀ ਚੀਜ਼ ਹੈ ਸਵਾਏ ਪਛਤਾਵੇ ਤੋਂ ਉਹਨੂੰ ਕੁਝ ਵੀ ਨਹੀਂ ਦੇ ਸਕੇਗੀ। ਅਲ ਮਾਲੋ ਵਲ ਬਨੂਨਾ ਜ਼ੀਨਤੁਲ ਹਯਾਤ ਦੁਨੀਆ वल्बाक़ियातुस सालिहातु खैरुन इंदा रब्बिका सवाबन व खैरुन व अमला व यौमा नुसय्यिरुल जिबाला व तरल अर्ज़ा बारिज़ा तम व हशरनाहुम फलम नुगादिर मिनहुम अहदा व उरिज़ु अला रब्बिका सफ़ा लक़द जितमूना कमा खलक़नाकुम अव्वला मर्रतिन बल ज़अमतुम अल्लन नजअला लकुम मौइदा व वुज़िअल किताबा फ़तरल मुजरिमीना मुशफ़िक़ीना मिम्मा फ़ीहि व यक़ूलूना या वैलतना मा लिहाज़ल किताबि ला युगादिरु सग़ीरतन वला कबीरतन इल्ला अहसाहा व वजदू मा अमिलू हाज़िरा वला यज़लिमु रब्बुका अहदा व इस कुलना लिल मलाइकति इसजुदू लिआदम फसजदू इल्ला इब्लीस काना मिनल जिन्नि फफसका अन अम्रि रब्बिह अफतत्तखिज़ूनहु व ज़ुर्रिय्यतहु औलिया मिन दूनी व हुम लकुम अदुम बेसा लिज़्ज़ालिमीना बदला। ਮਾਲ ਤੇ ਪੁੱਤਰ ਤੇ ਦੁਨਿਆਵੀ ਜ਼ਿੰਦਗੀ ਦੀ ਜ਼ੀਨਤ ਨੇ ਤੇ ਤੁਹਾਡੇ ਰੱਬ ਦੇ ਕੋਲ ਤੇ ਬਾਕੀ ਰਹਿਣ ਵਾਲੀਆਂ ਨੇਕੀਆਂ ਹੀ ਸਵਾਬ ਵਿੱਚ ਬਿਹਤਰ ਨੇ ਤੇ ਉਮੀਦ ਲਾਣ ਦੇ ਇਤਬਾਰ ਨਾਲ ਵੀ ਬਹੁਤ ਬਿਹਤਰ ਨੇ। ਔਰ ਜਿਸ ਦਿਨ ਅਸੀਂ ਪਹਾੜਾਂ ਨੂੰ ਚਲਾਵਾਂਗੇ ਤੇ ਆਪ ਜ਼ਮੀਨ ਨੂੰ ਸਾਫ਼ ਖੁੱਲੀ ਮੈਦਾਨ ਦੀ ਤਰ੍ਹਾਂ ਵੇਖੋਗੇ ਔਰ ਅਸੀਂ ਇਹਨਾਂ ਨੂੰ ਇਕੱਠਾ ਕਰਾਂਗੇ, ਚੁਨਾਚਾ ਅਸੀਂ ਇਹਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਔਰ ਉਹ ਆਪ ਦੇ ਰੱਬ ਦੇ ਸਾਹਮਣੇ ਸਫ ਬਸਤਾ ਪੇਸ਼ ਕੀਤੇ ਜਾਵਣਗੇ। ਆਖਿਆ ਜਾਵੇਗਾ ਯਕੀਨਨ ਤੁਸੀਂ ਸਾਡੇ ਕੋਲ ਐਸੇ ਆਏ ਹੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੀ ਦਫਾ ਪੈਦਾ ਕੀਤਾ ਸੀ, ਬਲਕਿ ਤੁਸੀਂ ਸਮਝਦੇ ਸੀ ਕਿ ਅਸੀਂ ਤੇ ਤੁਹਾਡੇ ਲਈ ਵਾਅਦੇ ਦਾ ਕੋਈ ਮੁਕਰਰਾ ਦਿਨ ਰੱਖਿਆ ਹੀ ਨਹੀਂ ਔਰ ਹਰ ਇੱਕ ਦਾ ਅਮਾਲਨਾਮਾ ਸਾਹਮਣੇ ਰੱਖ ਦਿੱਤਾ ਜਾਏਗਾ। ਫਿਰ ਤੁਸੀਂ ਮੁਜਰਮਾਂ ਨੂੰ ਵੇਖੋਗੇ ਕਿ ਉਹ ਇਹਦੇ ਤਹਿਰੀਰ ਤੋਂ ਡਰ ਰਹੇ ਹੋਣਗੇ ਔਰ ਆਖਣਗੇ ਹਾਏ ਸਾਡੀ ਕਮਬਖਤੀ, ਕੈਸਾ ਇਹ ਅਮਾਲਨਾਮਾ ਜਿਹੜਾ ਨਹੀਂ ਛੱਡਿਆ ਇਹਨੂੰ ਕਿਸੇ ਵੀ ਸਾਡੇ ਛੋਟੇ ਤੇ ਵੱਡੇ ਅਮਲ ਨੂੰ, ਮਗਰ ਇਹਨੇ ਤੇ ਸਭ ਕੁਝ ਹੀ ਸਾਹਮਣੇ ਲਿਖ ਕੇ ਸ਼ੁਮਾਰ ਕਰ ਦਿੱਤਾ ਹੈ। ਤੇ ਉਹਨਾਂ ਨੇ ਜੋ ਅਮਲ ਵੀ ਕੀਤੇ ਸੀ ਹਾਜ਼ਰ ਪਾਵਣਗੇ ਔਰ ਆਪ ਦਾ ਰੱਬ ਕਿਸੇ ਉੱਤੇ ਵੀ ਜ਼ੁਲਮ ਨਹੀਂ ਕਰੇਗਾ। ਔਰ ਜਦੋਂ ਅਸੀਂ ਫਰਿਸ਼ਤਿਆਂ ਨੂੰ ਆਖਿਆ ਤੁਸੀਂ ਆਦਮ ਨੂੰ ਸਜਦਾ ਕਰੋ ਤੇ ਇਬਲੀਸ ਦੇ ਸਿਵਾ ਸਭ ਨੇ ਸਜਦਾ ਕੀਤਾ, ਉਹ ਜਿਨ੍ਹਾਂ ਵਿੱਚੋਂ ਸੀ। ਚੁਨਾਚਾ ਇਹਨੇ ਆਪਣੇ ਰੱਬ ਦੇ ਹੁਕਮ ਦੀ ਨਾਫਰਮਾਨੀ ਕੀਤੀ ਕਿ ਫਿਰ ਵੀ ਤੁਸੀਂ ਮੈਨੂੰ ਛੱਡ ਕੇ ਇਹਦੀ ਤੇ ਇਹਦੀ ਔਲਾਦ ਨੂੰ ਦੋਸਤ ਬਣਾਉਂਦੇ ਹੋ ਜਦਕਿ ਉਹ ਤੁਹਾਡੇ ਦੁਸ਼ਮਣ ਨੇ। ਅੱਲਾਹ ਤਾਲਾ ਨੇ ਇਹਨਾਂ ਆਇਤ ਦੇ ਵਿੱਚ ਰੋਜ਼ੇ ਕਿਆਮਤ ਦਾ ਜ਼ਿਕਰ ਕੀਤਾ ਹੈ ਕਿ ਰੋਜ਼ੇ ਕਿਆਮਤ ਵਾਲੇ ਦਿਨ ਜਿਹੜਾ ਲੋਕ ਇਹ ਸਮਝਦੇ ਨੇ ਕਿ ਸਾਡੇ ਕੋਲ ਪੁੱਤਰ ਨੇ, ਮਾਲ ਹੈ, ਇਕਤਦਾਰ ਹੈ, ਮਨਸਬ ਹੈ, ਇਹੋ ਦੁਨੀਆ ਹੈ, ਇਹਦੇ ਇਲਾਵਾ ਕੋਈ ਦੂਜੀ ਦੁਨੀਆ ਨਹੀਂ, ਤੇ ਉਹ ਗਲਤ ਨੇ। ਅਸਲ ਜਿਹੜੀ ਦੁਨੀਆ ਹੈ, ਅਸਲ ਜਿਹੜੀ ਦੌਲਤ ਹੈ ਉਹ ਤੁਹਾਡੀਆਂ ਨੇਕੀਆਂ ਨੇ। ਤੇ ਉਮੀਦ ਦੇ ਲਿਹਾਜ਼ ਨਾਲ ਵੀ ਕਿ ਤੁਸੀਂ ਬਿਹਤਰੀ ਦੀ ਉਮੀਦ ਰੱਖਦੇ ਹੋ ਤਾਂ ਆਪਣੀ ਨੇਕੀਆਂ ਦੀ ਵਜ੍ਹਾ ਨਾਲ ਰੱਖਦੇ ਹੋ ਕਿ ਅੱਲਾਹ ਤਾਲਾ ਉਹਨੂੰ ਕਬੂਲ ਫਰਮਾਏ। ਤੇ ਫਿਰ ਰੱਬ ਸੋਹਣੇ ਨੇ
ਕਿਆਮਤ ਦੇ ਦਿਨ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਲੋਕੀ ਕਿਆਮਤ ਤੋਂ ਇਨਕਾਰੀ ਨੇ, ਕਿ ਫਿਰ ਰੱਬ ਸੋਹਣਾ ਉਹਨਾਂ ਸਾਰਿਆਂ ਨੂੰ ਹੀ ਇਕੱਠਾ ਕਰੇਗਾ ਤੇ ਫਿਰ ਉਸ ਦਿਨ ਮੁਜਰਮ ਲੋਕ ਉਹਨਾਂ ਦਾ ਅਮਾਲਨਾਮਾ ਜਿਹੜਾ ਹੈ ਉਹ ਬਾਏਂ ਹੱਥ ਦੇ ਵਿੱਚ ਫੜਾਇਆ ਜਾਏਗਾ। ਔਰ ਜਿਹਨੂੰ ਬਾਏਂ ਹੱਥ ਦੇ ਵਿੱਚ ਅਮਾਲਨਾਮਾ ਫੜਾਇਆ ਜਾਏਗਾ ਉਹ ਬੜੇ ਹੀ ਨੁਕਸਾਨ ਦੇ ਵਿੱਚ ਹੋਵੇਗਾ। तो ਜਦੋਂ ਆਪਣੇ ਨਾਮਾ ਮਾਲ ਨੂੰ ਵੇਖੇਗਾ ਤੇ ਉਹ ਹੈਰਾਨ ਹੋ ਜਾਏਗਾ ਕਿ ਮੈਂ ਜੋ ਕੁਝ ਵੀ ਕੀਤਾ ਹੈ, ਮੱਖੀ ਦੇ ਬਰਾਬਰ, ਮੱਛਰ ਦੇ ਬਰਾਬਰ ਜਾਂ ਕਿਸੇ ਪਹਾੜ ਦੇ ਬਰਾਬਰ, ਉਹ ਸਭ ਕੁਝ ਅੱਲਾ ਨੇ ਸ਼ੁਮਾਰ ਕਰਕੇ ਰੱਖ ਦਿੱਤਾ ਹੈ। ਕੋਈ ਛੁਪੀ ਚੀਜ਼ ਰਹਿਣ ਨਹੀਂ ਦਿੱਤੀ। ਤੇ ਹਾਏ ਮੇਰੀ ਕਮਬਖਤੀ, ਅੱਜ ਮੇਰਾ ਕੀ ਹੋਏਗਾ? ਲੇਕਿਨ ਉਹਦੇ ਕੋਲ ਪਛਤਾਵੇ ਦੇ ਸਿਵਾ ਕੁਝ ਵੀ ਨਹੀਂ ਹੋਏਗਾ। ਤੇ ਰੱਬ ਸੋਹਣਾ ਤੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਇਹਨਾਂ ਲੋਕਾਂ ਨੂੰ ਕਿੰਨਾ ਆਖਿਆ ਸੀ ਨਬੀਆਂ ਨੇ, ਰਸੂਲਾਂ ਨੇ, ਲੋਕਾਂ ਨੇ, ਉਲਮਾ ਨੇ ਕਿ ਅੱਲਾਹ ਤਾਲਾ ਨੂੰ ਮੰਨੋ ਤੇ ਇਹ ਕੁਰਾਨ ਪਾਕ ਨੂੰ ਝੂਠਾ ਨਾ ਸਮਝੋ, ਇਹਨਾਂ ਨੂੰ ਪਿਛਲੇ ਦੌਰ ਦੀਆਂ ਕਹਾਣੀਆਂ ਨਾ ਜਾਣੋ ਤੇ ਈਮਾਨ ਲਿਆਓ। ਤੇ ਲੇਕਿਨ ਇਹ ਲੋਕੀ ਨਹੀਂ ਸੀ ਸਮਝਦੇ ਤੇ ਅੱਜ ਇਹ ਪਛਤਾ ਰਹੇ ਨੇ ਜਿਹਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ। ਤੇ ਫਿਰ ਰੱਬ ਸੋਹਣਾ ਆਖਦਾ ਹੈ ਕਿ ਜਦੋਂ ਮੈਂ ਇਨਸਾਨ ਨੂੰ ਬਣਾਇਆ ਤੇ ਇਸ ਤੋਂ ਪਹਿਲੇ ਮੈਂ 2 ਮਖਲੂਕਾਤ ਬਣਾਈਆਂ, ਜਿਹਦਾ ਕੁਰਾਨ 'ਚ ਵੀ ਜ਼ਿਕਰ ਹੋ ਸਕਦਾ ਹੈ। ਬੇਸ਼ੁਮਾਰ ਮਖਲੂਕਾਤ ਇਸ ਤੋਂ ਪਹਿਲੇ ਹੋਣ, ਲੇਕਿਨ ਕੁਰਾਨ ਪਾਕ ਦੇ ਵਿੱਚ ਫਰਿਸ਼ਤੇ ਔਰ ਜਿन्नात ਦਾ ਜ਼ਿਕਰ ਹੈ ਕਿ ਪਹਿਲੇ ਅੱਲਾਹ ਤਾਲਾ ਨੇ ਫਰਿਸ਼ਤੇ ਇਬਾਦਤ ਕਰਦੇ ਸੀ, ਫਿਰ ਜਿन्नात ਬਣਾਏ ਜਿਹੜੇ ਜ਼ਮੀਨ ਤੇ ਰਹਿੰਦੇ ਸੀ। ਸਾਡੇ ਤੋਂ ਪਹਿਲੇ ਇਸ ਜ਼ਮੀਨ ਦੇ ਉੱਤੇ ਜਿन्नात ਰਹਿੰਦੇ ਸੀ। ਫਿਰ ਅੱਲਾਹ ਤਾਲਾ ਨੇ ਇਨਸਾਨ ਨੂੰ ਬਣਾਇਆ ਤੇ ਫਿਰ ਜਦੋਂ ਇਨਸਾਨ ਨੂੰ ਬਣਾਇਆ ਤੇ ਸਾਰਿਆਂ ਨੂੰ ਫਰਿਸ਼ਤਿਆਂ ਨੂੰ ਆਖਿਆ ਕਿ ਇਹਨੂੰ ਸਜਦਾ ਕਰੋ। ਤੇ ਉਹਦੇ ਵਿੱਚੋਂ ਇੱਕ ਜਿੰਨ ਸੀ ਜਿਹੜਾ ਇਬਲੀਸ ਜਿਹਦਾ ਨਾਮ ਸੀ, ਉਹਨੇ ਆਖਿਆ ਕਿ ਮੈਂ ਤੇ ਅੱਗ ਨਾਲ ਬਣਿਆ, ਮੇਰੀ ਤੇ ਜਿਹੜੀ ਲਿਪਟ ਹੀ ਬੜੀ ਹੈ, ਮੈਂ ਤੇ ਬੜਾ ਉੱਚੀ ਤਰੀਕੇ ਨਾਲ ਮੇਰੇ ਸ਼ੋਲੇ ਨਿਕਲਦੇ ਨੇ ਤੇ ਇਹ ਤੇ ਮਿੱਟੀ ਹੈ ਤੇ ਔਰ ਉਹ ਵੀ ਖਨਖਨਾਤੀ ਔਰ ਬਦਬੂਦਾਰ ਮਿੱਟੀ। ਇਹਨੂੰ ਅੱਲਾਹ ਤਾਲਾ ਕਹਿੰਦਾ ਹੈ ਕਿ ਮੈਂ ਇਹਨੂੰ ਸਜਦਾ ਕਰਾਂ, ਮੇਰੀ ਸ਼ਾਨ ਨਹੀਂ ਕਿ ਮੈਂ ਇਸ ਮਿੱਟੀ ਨੂੰ ਸਜਦਾ ਕਰਾਂ। ਤੇ ਅੱਲਾਹ ਤਾਲਾ ਨੇ ਉਹਨੂੰ ਆਖਿਆ ਕਿ ਮੈਂ ਤੈਨੂੰ ਆਖਿਆ, ਤੈਨੂੰ ਬਣਾਉਣ ਵਾਲੇ ਨੇ ਆਖਿਆ, ਤੇਰੇ ਖਾਲਕ ਨੇ ਤੈਨੂੰ ਆਖਿਆ ਕਿ ਤੂੰ ਇਹਨੂੰ ਸਜਦਾ ਕਰ। ਬਾਕੀ ਸਾਰੇ ਫਰਿਸ਼ਤੇ ਕਰ ਰਹੇ ਨੇ, ਤੂੰ ਤੇ ਜਿੰਨ ਹੈ, ਤੂੰ ਵੀ ਇਹਨੂੰ ਕਰ। ਤੇ ਬਸ ਉਹਨੇ ਕਿਹਾ ਕਿ ਨਹੀਂ, ਮੈਂ ਤੇ ਨਹੀਂ ਕਰਨਾ, ਮੈਂ ਤੇ ਬਹੁਤ ਉੱਚੀ ਚੀਜ਼ ਆ, ਮੈਂ ਤੇ ਅੱਗ ਆ, ਮੈਂ ਤੇ ਜਲਾ ਕੇ ਰਾਖ ਕਰ ਸ਼ੈ ਕਰਨ ਦੀ ਮੇਰੇ 'ਚ ਸਲਾਹੀਅਤ ਹੈ। ਮੇਰੀ ਤੇ ਜਿਹੜੀ ਲਿਪਟ ਵੇਖੋ ਕਿੰਨੀ ਉੱਚੀ ਜਾਂਦੀ ਹੈ ਤੇ ਇਹ ਤੇ ਮਿੱਟੀ ਹੈ, ਇਹਦੇ 'ਚ ਕੀ ਹੈ? ਇਹਨੂੰ ਨਹੀਂ ਮੈਂ। ਅੱਲਾਹ ਤਾਲਾ ਨੇ ਫਿਰ ਉਹਨੂੰ ਕਿਹਾ ਕਿ ਤੂੰ ਮੇਰੇ ਹੁਕਮ ਦੀ ਨਾਫਰਮਾਨੀ ਕੀਤੀ ਹੈ। ਤੇ ਤੁਸੀਂ ਫਿਰ ਲੋਕਾਂ ਨੂੰ ਮੁਖਾਤਬ ਕਰਕੇ ਅੱਲਾਹ ਤਾਲਾ ਨੇ ਇਸ ਆਇਤ 'ਚ ਕਿਹਾ ਕਿ ਜਿਹਨੇ ਤੁਹਾਨੂੰ ਪਹਿਲੇ ਦਿਨ ਤਤਕਾਰ ਦਿੱਤਾ ਹੈ, ਪਹਿਲੇ ਦਿਨ ਤੁਹਾਨੂੰ ਉਹ ਖੁੱਲੀ ਦੁਸ਼ਮਣੀ ਉਹਨੇ ਕੀਤੀ ਹੈ, ਉਹਨੇ ਕਿਹਾ ਕਿ ਮੈਂ ਇਹਨੂੰ ਨਹੀਂ ਮੰਨਦਾ, ਤੁਸੀਂ ਉਹਨਾਂ ਨੂੰ ਹੀ ਦੋਸਤ ਬਣਾਉਂਦੇ ਹੋ। ਤੁਸੀਂ ਕਿੱਡਾ ਨੁਕਸਾਨ ਦਾ ਸੌਦਾ ਕਰਦੇ ਹੋ ਕਿ ਤੁਸੀਂ ਫਿਰ ਉਹ ਤੁਹਾਨੂੰ ਵਰਗਲਾ ਲੈਂਦਾ ਹੈ, ਤੁਹਾਡੇ ਗੁਨਾਹ ਖੁਸ਼ਨੁਮਾ ਬਣਾ ਕੇ ਤੁਹਾਨੂੰ ਵਿਖਾਉਂਦਾ ਹੈ, ਝੂਠੀਆਂ ਉਮੀਦਾਂ ਦਿਲਾਉਂਦਾ ਹੈ ਤੇ ਉਹ ਚਾਹੁੰਦਾ ਹੈ ਕਿ ਇਹ ਵੀ ਜਹੰਨਮ 'ਚ ਜਾਣ। ਅਗਰ ਮੈਂ ਜਹੰਨਮ 'ਚ ਜਾਵਾਂਗਾ ਤਾਂ ਇਹ ਜਿਹੜੀ ਮਖਲੂਕ ਹੈ ਜਿਹਦੀ ਵਜ੍ਹਾ ਨਾਲ ਮੈਨੂੰ ਜਹੰਨਮ 'ਚ ਜਾਣਾ ਪਏਗਾ, ਇਹਨਾਂ ਨੂੰ ਵੀ ਮੈਂ ਲੈ ਕੇ ਨਾਲ ਜਾਵਾਂਗਾ। तो शैतान ज़ालिमा दिली बतौर बड़ा बुरा बदल है। मा अशहदतुहुम खल्क़ समावाति वल अर्ज़ि वला खल्क़ अनफुसिहिम वमा कुन्तु मुत्तख़िज़ल मुज़ल्लीना अज़दा व यौमा यक़ूलु नादू शुरकाअयल्लज़ीना ज़अमतुम फदअहुम फलम यस्तजीबू लहुम वजअलना बैनहुम मौबिक़ा वरअल मुजरिमून अन्नारा फज़न्नु अन्नहुम मवाक़िउहा वलम यजिदू अन्हा मसरिफ़ा वलक़द सरफ़ना फ़ी हाज़ल क़ुरआन लिन्नासि मिन कुल्लि मसल वकानल इंसानु अक्सरा शैइन जदला वमा मना अन्नासा अन युमिनू इज़ जाअहुमुल हुदा व यस्तग़फ़िरू रब्बहुम इला अन तातियहुम सुन्नतल अव्वलीना औ यातियहुमुल अज़ाबुल क़ुबला। मैं इन्हां उत्ते ना आसमाना ते ज़मीन दे पैदा करन उत्ते गवाह हासिल कीता ते ना खुद इन्हां दे पैदा करन विच, और मैं गुमराह करन वालियां नूं बाजू ते मददगार बनाण वाला नहीं। अल्लाह ताला फरमांदा है कि मैं जदों आसमान ते ज़मीन बनाए ने इन्हां नूं गवाह नहीं बनाया ते ना ही मैं इन्हां गुमराह करन वालियां वास्ते कोई मदद देण वाला वां। और जिस दिन ओ अल्लाह आखेगा पुकारो मेरे इन्हां शरीकां नूं जिन्हां नूं तुसीं मेरा शरीक समझदे सी, फिर ਉਹ ਇਹਨਾਂ ਨੂੰ ਪੁਕਾਰਨਗੇ मगर ਉਹ ਇਹਨਾਂ ਨੂੰ ਕੋਈ जवाब ना देणगे और ਅਸੀਂ ਇਹਨਾਂ ਦੇ ਦਰਮਿਆਨ ਹਲਾਕਤ ਗਾਹ ਬਣਾ ਦੇਵਾਂਗੇ। और मुजरम ਅੱਗ ਨੂੰ ਵੇਖਣਗੇ ਤੇ ਯਕੀਨ ਕਰਨਗੇ ਕਿ ਬੇਸ਼ੱਕ ਉਹ ਇਹਦੇ ਵਿੱਚ ਡਿੱਗਣ ਵਾਲੇ ਨੇ ਔਰ ਉਹ ਇਹਦੇ ਵਿੱਚ ਫਿਰਨ ਦੀ ਕੋਈ ਜਗ੍ਹਾ ਨਹੀਂ ਪਾਵਣਗੇ। और ਅਸੀਂ ਇਸ ਕੁਰਾਨ ਦੇ ਵਿੱਚ ਲੋਕਾਂ ਲਈ ਫੇਰ ਕੇ ਹਰ ਕਿਸਮ ਦੀ ਮਿਸਾਲ ਬਿਆਨ ਕੀਤੀ ਹੈ ਤੇ ਇਨਸਾਨ ਸਾਰੀਆਂ ਚੀਜ਼ਾਂ ਤੋਂ ਵਾਧੂ ਝਗੜਾਲੂ ਹੈ ਤੇ ਲੋਕਾਂ ਨੂੰ ਈਮਾਨ ਲਿਆਉਣ ਤੋਂ ਨਹੀਂ ਰੋਕਿਆ ਜਦੋਂ ਇਹਨਾਂ ਦੇ ਕੋਲ ਹਦਾਇਤ ਆ ਗਈ ਤੇ ਆਪਣੇ ਰੱਬ ਤੋਂ ਇਸਤਗਫਾਰ ਕਰਨ ਨਾਲ, ਮਗਰ ਇਸ ਗੱਲ ਨੇ ਕਿ ਉਹ ਚਾਹੁੰਦੇ ਸੀ ਕਿ ਇਹਨਾਂ ਨੂੰ ਪਹਿਲੇ ਲੋਕਾਂ ਵਰਗਾ ਮਾਮਲਾ ਪੇਸ਼ ਆਵੇ ਜਾਂ ਇਹਨਾਂ ਉੱਤੇ ਅਜ਼ਾਬ ਬਿਲਕੁਲ ਸਾਹਮਣੇ ਆ ਜਾਵੇ। ਅੱਲਾਹ ਸੋਨਾ ਇਹਦੇ ਵਿੱਚ ਫਰਮਾਉਂਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੇਰਾ ਸ਼ਰੀਕ ਕਰਦੇ ਹੋ ਇਹ ਸਵਾਏ ਕੁਝ ਵੀ ਨਹੀਂ ਤੁਹਾਨੂੰ ਧੋਖਾ ਦੇਣ ਦੇ, और क़यामत वाले दिन
ਤੁਹਾਡੇ ਲਈ ਹਲਾਕਤਗਾਹ ਬਣ ਜਾਣਗੇ। ਤੇ ਜਦੋਂ ਮੁਜਰਮ ਲੋਕੀ ਦੇਖਣਗੇ ਅੱਗ ਨੂੰ ਉਹਨਾਂ ਵੱਲ ਵਧੀ ਤੇ ਉਹ ਪੁਕਾਰ ਕੇ ਉਹਨਾਂ ਨੂੰ ਆਪਣੇ ਵੱਲ ਬੁਲਾਏਗੀ ਤੇ ਆਖੇਗੀ ਹੈ ਕੋਈ ਹੋਰ, ਤੇ ਫਿਰ ਉਹ ਉਹਨਾਂ ਨੂੰ ਪਤਾ ਚੱਲੇਗਾ ਤੇ ਅਸੀਂ ਅੱਜ ਫਿਰਨ ਵਾਲੇ ਨਹੀਂ, ਅੱਜ ਅਸੀਂ ਇੱਥੇ ਲਾਜ਼ਮੀ ਡਿੱਗ ਕੇ ਰਵਾਂਗੇ ਤੇ ਉੱਥੇ ਉਹਨਾਂ ਦੀ ਹਲਾਕਤ ਹੀ ਹਲਾਕਤ ਹੈ। ਤੇ ਰੱਬ ਸੋਹਣਾ ਆਖਦਾ ਹੈ ਕਿ ਇਸ ਕੁਰਾਨ ਦੇ ਵਿੱਚ ਮੈਂ ਲੋਕਾਂ ਲਈ ਫੇਰ ਕੇ ਹਰ ਕਿਸਮ ਦੀ ਮਿਸਾਲ ਬਿਆਨ ਕੀਤੀ ਹੈ। ਜਦੋਂ ਰੱਬ ਸੋਹਣਾ ਖੁਦ ਕੁਰਾਨ ਨੂੰ ਖੋਲ ਕੇ ਬਿਆਨ ਕਰਦਾ ਹੈ, ਮਿਸਾਲਾਂ ਦੇ ਕੇ ਬਿਆਨ ਕਰਦਾ ਹੈ, ਔਰ ਇਸ ਗੱਲ ਦੀ ਸੱਚਾਈ ਨੂੰ, ਇਸ ਗੱਲ ਨੂੰ ਉਹ ਕੁਰਾਨ ਪਾਕ ਦੇ ਵਿੱਚ ਵੀ ਬਿਆਨ ਕਰਦਾ ਹੈ ਕਿ ਮੈਂ ਕੁਰਾਨ ਵਿੱਚ ਲੋਕਾਂ ਲਈ ਫੇਰ ਕੇ, ਯਾਨੀ ਇੱਕ ਮਿਸਾਲ ਨੂੰ ਕਈ ਦਫਾ ਉਹਨੇ ਬਿਆਨ ਕੀਤਾ ਹੈ। ਤੁਸੀਂ ਜਦੋਂ ਕੁਰਾਨ ਪਾਕ ਦੀਆਂ ਆਇਤ ਨੂੰ ਸੁਣ ਰਹੇ ਹੋਵੋਗੇ ਔਰ ਅੱਗੋਂ ਵੀ ਸੁਣੋਗੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਦੇ ਨਾਲ, ਲਾ ਹੌਲਾ ਵਲਾ ਕੁਵਤਾ ਇਲਾ ਬਿல்லாਹਿਲ ਅਲੀਯੁਲ ਅਜ਼ੀਮ, ਕਿ ਅਸੀਂ ਜੋ ਕੁਝ ਵੀ ਕਰਨੇ ਆ ਉਹ ਰੱਬ ਸੋਹਣੇ ਦੀ ਤੌਫੀਕ ਦੇ ਨਾਲ ਹੀ, ਉਹਦੀ ਰਹਿਮਤ ਦੇ ਨਾਲ ਹੀ ਕਰਨੇ ਆ। ਅੱਲਾਹ ਤਾਲਾ ਤੁਹਾਨੂੰ ਆਇੰਦਾ ਵੀ ਤੌਫੀਕ ਦੇਵੇ ਕਿ ਤੁਸੀਂ ਕੁਰਾਨ ਪਾਕ ਨੂੰ ਸਮਝੋ ਔਰ ਤੇ ਗੌਰ ਕਰੋ, ਤੇ ਤੁਸੀਂ ਦੇਖੋਗੇ ਕਿ ਰੱਬ ਸੋਹਣੇ ਨੇ ਇੱਕ ਗੱਲ ਨੂੰ, ਇੱਕ ਕਹਾਣੀ ਨੂੰ, ਇੱਕ ਵਾਕਿਏ ਨੂੰ ਨਬੀ ਦੇ ਬਾਰ ਦੁਹਰਾਇਆ ਹੈ। ਔਰ ਉਹ ਦੁਹਰਾਉਣ ਦਾ ਮਕਸਦ ਕੀ ਹੈ? ਲੋਕੀ ਸਮਝ ਜਾਣ, ਲੋਕੀ ਤੌਬਾ ਕਰ ਲੈਣ, ਲੋਕੀ ਇੱਕ ਰੱਬ ਵੱਲ ਆ ਜਾਣ ਤੇ ਸ਼ੈਤਾਨ ਤੋਂ ਬਚ ਜਾਣ ਤੇ ਹਲਾਕਤ ਤੇ ਜਹੰਨਮ ਦੀ ਅੱਗ ਤੋਂ ਬਚ। ਸਿਰਫ ਬਾਰ ਮਿਸਾਲਾਂ ਦੇਣ ਦੀ, ਇੱਕੋ ਗੱਲ ਨੂੰ ਬਾਰ ਫੇਰ ਕੇ ਸਮਝਾਉਣ ਦੀ, ਮੁਖਤਲਿਫ ਮਿਸਾਲਾਂ ਦੇ ਕੇ ਆਖਣ ਦੀ, ਇਹ ਸਿਰਫ ਇਹੋ ਵਜ੍ਹਾ ਹੈ ਕਿ ਅੱਲਾਹ ਤਾਲਾ ਇਨਸਾਨਾਂ ਨੂੰ ਚਾਹੁੰਦਾ ਹੈ, ਬਹੁਤ ਚਾਹੁੰਦਾ ਹੈ, ਇੰਨਾ ਚਾਹੁੰਦਾ ਹੈ ਕਿ ਦੇਖੋ ਉਹਨੇ ਸਜਦਾ ਕਰਵਾ ਦਿੱਤਾ, ਤਾਜ਼ੀਮ ਦਾ ਸਜਦਾ ਕਰਵਾ ਦਿੱਤਾ। ਤੇ ਇਹ ਉਹਦਾ ਪਿਆਰ ਨਹੀਂ ਤੇ ਕੀ ਹੈ? ਤੇ ਫਿਰ ਉਹ ਕਿਉਂ ਚਾਹੇਗਾ ਕਿ ਮੈਂ ਜਿਹਨੂੰ ਇੰਨੀ ਇੱਜ਼ਤ ਦਿੱਤੀ ਹੈ ਉਹ ਅੱਗ ਦਾ ਈਂਧਨ ਬਣ ਜਾਏ? ਇਸ ਲਈ ਕੁਰਾਨ ਪਾਕ ਰੱਬ ਸੋਹਣਾ ਆਖਦਾ ਕਿ ਅਗਰ ਇਹ ਕੁਰਾਨ ਮੈਂ ਪੜਾਂ ਤੇ ਨਾਜ਼ਲ ਕਰਦਾ ਨਾ ਤੇ ਉਹ ਖੌਫ ਨਾਲ ਡਿੱਗ ਪੈਂਦੇ। ਇਹ ਕੁਰਾਨ ਦਾ ਬੋਝ ਕੋਈ ਨਾ ਚੁੱਕ ਸਕਦਾ। ਤੇ ਇਨਸਾਨ ਬੜਾ ਹੀ ਝਗੜਾਲੂ ਹੈ, ਬੜਾ ਹੀ ਜਲਦਬਾਜ਼ ਹੈ, ਬੜਾ ਹੀ ਨਸ਼ੁਕਰਾ ਹੈ, ਉਹਨੇ ਇਹਦਾ ਬੋਝ ਚੁੱਕਿਆ ਤੇ ਲੇਕਿਨ ਇਹਨਾਂ ਵਿੱਚੋਂ ਵੀ ਉਹ ਲੋਕ ਨਹੀਂ ਬੋਝ ਚੁੱਕ ਸਕੇ, ਨਹੀਂ ਸੰਭਾਲ ਸਕੇ, ਨਹੀਂ ਆਇਤ ਨੂੰ ਉਹ ਇੱਜ਼ਤ ਦੇ ਸਕੇ, ਨਹੀਂ ਯਕੀਨ ਕਰ ਸਕੇ, ਤੇ ਫਿਰ ਉਹ ਉਹਨਾਂ ਦਾ ਜਿਹੜਾ ਇਹ ਵਾਅਦਾ ਹੈ ਔਰ ਇਹ ਸਾਰੇ ਜਿਹੜੇ ਫਜ਼ਲ ਮੈਂ ਉਹਨਾਂ ਤੇ ਕੀਤੇ ਨੇ ਉਹ ਫਿਰ ਉਹਨਾਂ ਦਾ ਕੋਈ ਫਾਇਦਾ ਉਹ ਚੁੱਕ ਨਹੀਂ ਸਕੇ, ਤੇ ਫਿਰ ਉਹ ਅੱਗ ਦਾ ਈਂਧਨ ਬਣ ਗਏ ਔਰ ਸ਼ੈਤਾਨ ਨੇ ਉਹਨਾਂ ਨੂੰ ਬਹਿਕਾ ਲਿਆ। ਤੇ ਇਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਪਹਿਲੇ ਲੋਕੀ ਆਖਦੇ ਸਨ ਕਿ ਸਾਡੇ ਸਾਹਮਣੇ ਤੁਸੀਂ ਜਾਂ ਤੇ ਰੱਬ ਸੋਹਣੇ ਨੂੰ ਲੈ ਆਓ, ਫਰਿਸ਼ਤਿਆਂ ਨੂੰ ਉਤਾਰੋ, ਜਾਂ ਅਸਮਾਨ ਤੋਂ ਫਰਿਸ਼ਤੇ ਦੀ ਜਮਾਤ ਆ ਕੇ ਸਾਨੂੰ ਦੱਸੇ ਕਿ ਵਾਕਈ ਤੁਸੀਂ ਰਸੂਲ ਤੇ ਨਬੀ ਹੋ, ਜਾਂ ਸਾਡੇ ਪਿਓ ਦਾਦੇ ਜਿਹੜੇ ਮਰ ਗਏ ਨੇ ਉਹ ਉੱਠ ਕੇ ਸਾਨੂੰ ਕਹਿਣ ਕਿ ਇਹ ਨਬੀ ਨੇ, ਫਿਰ ਅਸੀਂ ਤੁਹਾਡਾ ਯਕੀਨ ਕਰ ਲਾਂਗੇ। ਤੇ ਇਹੋ ਗੱਲਾਂ ਅੱਲਾਹ ਤਾਲਾ ਨੇ ਆਖੀਆਂ ਕਿ ਇਹ ਉਹੀ ਗੱਲ ਕਰ ਰਹੇ ਨੇ ਜਿਹੜੇ ਪਹਿਲੀ ਕੌਮਾਂ ਨੇ ਕੀਤੀਆਂ ਕਿ ਇਹਨਾਂ ਸਾਹਮਣੇ ਹਰ ਚੀਜ਼ ਆ ਜਾਏ, ਜਾਂ ਅਜ਼ਾਬ ਆ ਜਾਏ ਤੇ ਜਾਂ ਅੱਲਾਹ ਤਾਲਾ ਆ ਜਾਏ। ਤੇ ਇਹ ਜਿਹੜੀਆਂ ਗੱਲਾਂ ਨੇ ਇਹ ਸਿਰਫ ਹਲਾਕਤ ਵਾਲੀਆਂ ਹੀ ਨੇ, ਕਿਉਂਕਿ ਅਗਰ ਇਹੀ ਗੱਲ ਹੁੰਦੀ ਤੇ ਫਿਰ ਅੱਲਾਹ ਤਾਲਾ ਗੈਬ ਤੇ ਈਮਾਨ ਲਿਆਉਣ ਦੀ ਇੰਨੀ ਵੱਡੀ ਜਜ਼ਾ ਤੇ ਜਨਤਾ ਨਾ ਦਿੰਦਾ। ਕਿਉਂਕਿ ਅਗਰ ਸਾਨੂੰ ਉਹਨੇ ਜਨਤਾ ਦੇਣੀਆਂ ਨੇ ਮੁਸਲਮਾਨਾਂ ਨੂੰ ਗੈਬ ਤੇ ਈਮਾਨ ਲਿਆਉਣ ਵਾਸਤੇ, ਤੇ ਉਹਨੇ ਇਸੇ ਲਈ ਲਿਆਂਦੇ ਕਿ ਅਸੀਂ ਗੈਬ ਤੇ ਈਮਾਨ ਲਿਆਉਂਦੇ ਹਾਂ, ਅਸੀਂ ਕੁਰਾਨ ਤੇ ਈਮਾਨ ਲਿਆਉਂਦੇ ਹਾਂ, ਅਸੀਂ ਜੋ ਸਾਡੇ ਨਬੀ ਨੇ ਪੈਗਾਮ ਦਿੱਤਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਵਿਖਾ ਕਿਸ ਤਰ੍ਹਾਂ ਤੈਨੂੰ ਵਹੀ ਹੋਈ, ਤੂੰ ਕੀ ਹੋਇਆ, ਉਹ ਅਸਮਾਨ ਤੋਂ ਫਲਾਣੀ ਚੀਜ਼ ਲਿਆ। ਅਸੀਂ ਇਹ ਚੀਜ਼ਾਂ, ਅਸੀਂ ਜੋ ਕੁਝ ਕੁਰਾਨ ਦੇ ਪਾਕ ਆਖਦਾ ਹੈ ਅਸੀਂ ਅੱਖਾਂ ਬੰਦ ਕਰਕੇ ਉੱਤੇ ਯਕੀਨ ਕਰਨੇ, ਔਰ ਇਹੋ ਇਮਾਨ ਦਾ ਤਕਾਜ਼ਾ ਹੈ ਕਿ ਕਿਉਂਕਿ ਅੱਲਾਹ ਤਾਲਾ ਨੇ ਕੁਰਾਨ ਵਰਗੀ ਕੋਈ ਸ਼ੈ ਪੈਦਾ ਹੀ ਨਹੀਂ ਕੀਤੀ। ਜਦੋਂ ਕੋਈ ਇਨਸਾਨ, ਸਾਰੇ ਜਿੰਨ ਤੇ ਸਾਰੇ ਇਨਸਾਨ ਮਿਲ ਕੇ ਵੀ ਇੱਕ ਲਫ਼ਜ਼ ਨਹੀਂ ਬਣਾ ਸਕਦੇ, ਤੇ ਫਿਰ ਇਨਸਾਨ ਕਿਉਂ ਸਰਕਸ਼ ਹੁੰਦਾ ਹੈ, ਕਿਉਂ ਇਹ ਤਕੱਬਰ 'ਚ ਆਉਂਦਾ ਹੈ, ਕਿਉਂ ਇਹ ਹੱਟ ਧਰਮੀ ਕਰਦਾ ਹੈ ਕਿ ਮੈਂ ਇਸ ਕੁਰਾਨ ਨੂੰ ਨਹੀਂ ਮੰਨਣਾ। ਉਹ ਖੁਦ ਵੀ ਕੁਝ ਨਹੀਂ ਲਿਆ ਸਕਦਾ, ਐਸੇ ਆਇਤ ਨਹੀਂ ਲਿਆ ਸਕਦਾ, ਨਾ ਕੋਈ ਦਲੀਲ ਲਿਆ ਸਕਦਾ ਹੈ, ਤੇ ਲੇਕਿਨ ਉਹ ਸਿਰਫ ਹੱਟ ਧਰਮੀ ਹੈ ਕਿ ਮੈਂ ਨਾ ਮਾਨੂੰ, ਉਹ ਵਾਲੀ ਰੱਟ ਲਾਂਦਾ ਹੈ, ਤੇ ਫਿਰ ਇਹਦਾ ਉਹਨੂੰ ਨੁਕਸਾਨ ਹੀ ਹੋਣਾ ਹੈ ਨਾ। وما نرسل المرسلين إلا مبشرين ومنذرين ويجادل الذين كفروا بالباطل ليدحضوا به الحق واتخذوا آياتي وما أنذروا هزوا ومن أظلم ممن ذكر بآيات ربه فأعرض عنها ونسي ما قدمت يده إنا جعلنا على قلوبهم أكنة أن يفقهوه وفي آذانهم وقرا وإن تدعوهم إلى الهدى فلن يهتدوا إذن أبدا وربك الغفور ذو الرحمة لو يؤاخذهم بما كسبوا لأجل لهم العذاب بل لهم موعد لن يجدوا من دونه موئلا وتلك القرى أهلكناهم لما ظلموا وجعلنا لمهلكهم موعدا وإذ قال موسى لفتاه لا أبرح حتى أبلغ مجمع البحرين أو أمضي حقبا। ਅਸੀਂ ਰਸੂਲਾਂ ਨੂੰ ਨਹੀਂ ਭੇਜਦੇ
ਔਰ ਅਸੀਂ ਰਸੂਲਾਂ ਨੂੰ ਨਹੀਂ ਭੇਜਦੇ ਮਗਰ ਲੋਕਾਂ ਨੂੰ ਖੁਸ਼ਖਬਰੀ ਦੇਵਣ ਵਾਲੇ ਤੇ ਡਰਾਉਣ ਵਾਲੇ। ਤੇ ਕਾਫਰ ਲੋਕ ਤੇ ਬਿਲਕੁਲ ਹੀ ਹੋਰ ਤਰੀਕੇ ਨਾਲ ਲੜਾਈ ਕਰਦੇ ਨੇ, ਝਗੜੇ ਕਰਦੇ ਨੇ ਤਾਂ ਕਿ ਇਹਨਾਂ ਦੇ ਨਾਲ ਹੱਕ ਨੂੰ ਬਾਤਲ ਕਰ ਦੇਣ। ਔਰ ਉਹਨਾਂ ਨੇ ਸਾਡੀਆਂ ਆਇਤ ਨੂੰ ਔਰ ਜਿਸ ਚੀਜ਼ ਤੋਂ ਵੀ ਉਹ ਡਰਾਏ ਗਏ ਨੇ ਇਹਨੂੰ ਸਿਰਫ ਮਜ਼ਾਕ ਹੀ ਬਣਾਇਆ। ਔਰ ਇਸ ਤੋਂ ਜ਼ਿਆਦਾ ਜ਼ਾਲਮ ਕੌਣ ਹੈ ਜਿਹੜਾ ਉਹਦੇ ਰੱਬ ਦੀ ਆਇਤ ਵਿੱਚੋਂ ਜਿਹਨੂੰ ਨਸੀਹਤ ਕੀਤੀ ਜਾਂਦੀ ਹੈ ਤੇ ਉਹ ਇਹਦੇ ਕੋਲੋਂ ਇਹਨਾਂ ਆਇਤ ਕੋਲੋਂ ਮੂੰਹ ਮੋੜ ਲੈਂਦਾ ਹੈ ਤੇ ਜੋ ਕੁਝ ਇਹਨਾਂ ਦੇ ਦੋਨਾਂ ਹੱਥਾਂ ਨੇ ਅੱਗੇ ਭੇਜਿਆ ਹੈ ਇਹਨੂੰ ਉਹ ਭੁੱਲ ਜਾਂਦਾ ਹੈ। ਬੇਸ਼ੱਕ ਅਸੀਂ ਇਹਨਾਂ ਦੇ ਦਿਲਾਂ ਉੱਤੇ ਪਰਦੇ ਪਾ ਦਿੱਤੇ ਨੇ ਇਸੇ ਕਿ ਉਹ ਇਸ ਕੁਰਾਨ ਨੂੰ ਸਮਝਣ ਔਰ ਇਹਨਾਂ ਦੇ ਕੰਨਾਂ ਦੇ ਵਿੱਚ ਗਰਾਨੀ ਪਾ ਦਿੱਤੀ ਹੈ। ਔਰ ਅਗਰ ਤੁਸੀਂ ਇਹਨਾਂ ਨੂੰ ਹਦਾਇਤ ਦੀ ਤਰਫ ਬੁਲਾਉਂਦੇ ਹੋ ਤੇ ਤਾਂ ਵੀ ਉਹ ਹਰਗਿਜ਼ ਤੁਹਾਡੀ ਹਦਾਇਤ ਵੱਲ ਨਹੀਂ ਆਵਣਗੇ ਕਦੀ ਵੀ। ਔਰ ਆਪ ਦਾ ਰੱਬ ਖੂਬ ਬਖਸ਼ਣ ਵਾਲਾ ਤੇ ਰਹਿਮਤ ਵਾਲਾ ਹੈ। ਅਗਰ ਉਹ ਇਹਨਾਂ ਦੇ ਕੀਤੇ ਉੱਤੇ ਇਹਨਾਂ ਨੂੰ ਫੜੇ ਤੇ ਯਕੀਨਨ ਇਹਨਾਂ ਲਈ ਅਜ਼ਾਬ ਦੀ ਜਲਦੀ ਲਿਆਏ ਬਲਕਿ ਇਹਨਾਂ ਲਈ ਵਾਅਦੇ ਦਾ ਮੁਕਰਰ ਵਕਤ ਹੈ। ਉਹ ਹਰਗਿਜ਼ ਇਸ ਤੋਂ ਬਚਣ ਦੀ ਕੋਈ ਵੀ ਜਾਇ ਪਨਾਹ ਨਹੀਂ ਪਾਵਣਗੇ। ਔਰ ਇਹ ਬਸਤੀਆਂ ਅਸੀਂ ਇਹਨਾਂ ਨੂੰ ਹਲਾਕ ਕੀਤਾ ਜਦੋਂ ਉਹਨਾਂ ਨੇ ਜ਼ੁਲਮ ਕੀਤਾ ਔਰ ਅਸੀਂ ਇਹਨਾਂ ਦੀ ਹਲਾਕਤ ਲਈ ਇੱਕ ਮੁਕਰਰਾ ਵਕਤ ਤੈਅ ਕੀਤਾ ਸੀ। ਔਰ ਜਦੋਂ ਮੂਸਾ ਨੇ ਆਪਣੇ ਜਵਾਨ ਯੂਸ਼ਾ ਬਿਨ ਨੂਨ ਨੂੰ ਆਖਿਆ ਮੈਂ ਤੇ ਚਲਦਾ ਹੀ ਰਵਾਂਗਾ ਹੱਤਾ ਕਿ ਮਜਮਅਲ ਬਹਰੈਨ ਦੋ ਦਰਿਆਵਾਂ ਦਾ ਸੰਗਮ ਦੀ ਜਗ੍ਹਾ ਤੇ ਪਹੁੰਚ ਜਾਵਾਂ ਜਾਂ ਮੈਂ ਮੁੱਦਤ ਹਾਏ ਦਰਾਜ਼ ਗੁਜ਼ਾਰਾਂ ਔਰ ਚਲਦਾ ਰਵਾਂ। ਅੱਲਾਹ ਤਾਲਾ ਨੇ ਇਹਨਾਂ ਆਇਤ ਦੇ ਵਿੱਚ ਉਹਨਾਂ ਕਾਫਰਾਂ ਦੇ ਬਾਰੇ ਚ ਆਖਿਆ ਕਿ ਇਹ ਲੋਕ ਸਭ ਕੁਝ ਵੇਖ ਕੇ ਵੀ ਸਿਰਫ ਤਕੱਬਰ ਔਰ ਸਰਕਸ਼ੀ ਦੇ ਨਾਲ ਆਇਤ ਤੇ ਈਮਾਨ ਨਹੀਂ ਲਿਆਉਂਦੇ। ਤੇ ਇਸ ਤੋਂ ਵੱਡਾ ਜ਼ਾਲਮ ਕੌਣ ਹੈ ਜਿਹੜਾ ਅੱਲਾਹ ਤੇ ਝੂਠ ਬੋਲੇ ਕਿ ਨਹੀਂ ਇਹ ਤੇ ਆਇਤਾਂ ਝੂਠੀਆਂ ਨੇ। ਤੇ ਅੱਲਾਹ ਤਾਲਾ ਨੇ ਇਹਨਾਂ तमाम ਲੋਕਾਂ ਨੂੰ मोहलत ਦਿੱਤੀ ਹੋਈ ਹੈ ਕਿ ਕਿਉਂਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਉਮਤ ਵਾਸਤੇ ਤੇ ਸਾਰੇ ਲੋਕਾਂ ਲਈ ਤੇ ਉਹ ਰਹਿਮਤੁਲ ਲਿਲ ਆਲਮੀਨ ਨੇ, ਉਹ ਤੇ ਸਾਰੇ ਜਹਾਨਾਂ ਲਈ ਰਹਿਮਤ ਨੇ। ਉਹਨਾਂ ਨੇ ਇਹਨਾਂ ਲਈ ਮੋਹਲਤ ਮੰਗੀ ਹੈ ਕਿ ਅੱਲਾਹ ਤਾਲਾ ਇਹਨਾਂ ਨੂੰ ਮੋਹਲਤ ਦੇ ਕਿ ਸ਼ਾਇਦ ਇਹਨਾਂ ਵਿੱਚੋਂ ਕੋਈ ਤੈਨੂੰ ਪਛਾਣੇ ਤੇ ਈਮਾਨ ਲੈ ਆਵੇ ਤੇ ਕੁਰਾਨ ਜਦ ਤੱਕ ਇਸ ਦੁਨੀਆ ਦੇ ਵਿੱਚ ਕਾਇਮ ਹੈ ਲੋਕੀ ਇਹਦੇ ਉੱਤੇ ਈਮਾਨ ਲਿਆਉਣ ਤੇ ਗੌਰ ਕਰਨ ਤੇ ਇਹ ਅਜ਼ਾਬ ਤੋਂ ਬਚ ਜਾਣ। ਤੇ ਫਿਰ ਮੂਸਾ ਅਲੈਹਿਸਲਾਮ ਦਾ ਜ਼ਿਕਰ ਹੈ ਜਿਹੜੇ ਕਿਧਰੇ ਜਾ ਰਹੇ ਨੇ ਔਰ ਉਹ ਚਾਹੁੰਦੇ ਨੇ ਕਿ ਕਿਸੇ ਦੋ ਦਰਿਆਵਾਂ ਦੇ ਸੰਗਮ ਕੋਈ ਜਗ੍ਹਾ ਹੈ ਜਿਹਦੇ ਉੱਤੇ ਉਹ ਪਹੁੰਚਣ ਦੀ ਕੋਸ਼ਿਸ਼ 'ਚ ਨੇ ਤੇ ਅੱਲਾਹ ਦੇ ਹੁਕਮ ਦੇ ਨਾਲ ਹੀ ਉਹ ਇਸ ਸਫ਼ਰ ਦੇ ਵਿੱਚ ਨੇ। ਸਦਕ ਅੱਲਾਹੁਲ ਅਜ਼ੀਮ।